Hello guys, welcome back to my channel Quick Calls. Today I will be discussing with you true, false and not given. हाँ जी राजे, आज आप गल करांगे true, false and not given दी। ਇਹਦੇ ਵਿੱਚ ਰਾਜੇ ਆਪਾਂ ਨੂੰ ਕਰਨਾ ਕੀ ਹੈਗਾ, ਬੇਸਿਕਲੀ ਕੁਐਸਚਨਸ ਇਸ ਕਰਕੇ ਇਹ ਸਭ ਤੋਂ ਜ਼ਿਆਦਾ ਗਲਤ ਹੋਣ ਵਾਲੇ ਕੁਐਸਚਨ ਟਾਈਪ ਹੈ। ਗਲਤ ਕਿਉਂ ਹੁੰਦੇ ਨੇ? ਕਿਉਂਕਿ ਸਟ੍ਰੈਟਜੀ ਹੈ ਜਿਹੜੀ ਉਹ ਰੋਂਗ ਹੈ, ਤੁਸੀਂ ਸਹੀ ਸਟ੍ਰੈਟਜੀ ਨਹੀਂ ਫੋਲੋ ਕਰਦੇ, ਇਸ ਕਰਕੇ ਇਹ ਕੁਐਸਚਨਸ ਗਲਤ ਹੋ ਜਾਂਦੇ ਨੇ। ਰੀਡਿੰਗ ਇੱਕ ਐਸਾ ਮੋਡਿਊਲ ਹੈ ਜਿਸ 'ਚ ਤੁਸੀਂ 9 ਆਊਟ ਆਫ 9 ਬੈਂਡ ਲੈ ਸਕਦੇ ਹੋ ਐਂਡ ਤੁਸੀਂ ਬੜੇ ਈਜ਼ਲੀ 7.5 ਤਾਂ ਬੜੇ ਈਜ਼ਲੀ ਲੈ ਸਕਦੇ ਹੋਗੇ ਅਗਰ ਤੁਸੀਂ ਰਾਈਟ ਸਟ੍ਰੈਟਜੀਜ਼ ਫੋਲੋ ਕਰੋਗੇ। ਕੋਈ ਵੀ ਕੁਐਸਚਨ ਟਰੂ ਕਦੋਂ ਹੋਊਗਾ ਰਾਜੇ? ਵੈਨ ਸਟੇਟਮੈਂਟ ਇਜ਼ ਹੋਲੀ ਗਿਵਨ। ਤੁਹਾਨੂੰ ਸਟੇਟਮੈਂਟ ਹੈ ਜਿਹੜਾ ਉਹ ਕੰਪਲੀਟਲੀ ਜਦੋਂ ਗਿਵਨ ਹੈ, ਸਟੇਟਮੈਂਟ ਕੰਪਲੀਟਲੀ ਗਿਵਨ, ਕੁਐਸਚਨ 'ਚ ਜੋ ਪੁੱਛਿਆ ਉਹ ਪੂਰੇ ਦਾ ਪੂਰਾ ਮੈਚ ਕਰ ਰਿਹਾ ਜੋ ਪੈਰਾਗ੍ਰਾਫ 'ਚ ਦਿੱਤਾ ਹੋਇਆ, ਇਹਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਸਟੇਟਮੈਂਟ ਟਰੂ ਹੈ। ਫਾਲਸ ਕਦੋਂ ਹੋਊ ਕੋਈ ਵੀ ਚੀਜ਼? ਜਦੋਂ ਤੁਹਾਡੇ ਕੋਲੇ ਕੀ ਹੋਊਗਾ ਰਾਜੇ? ਇਨਫੋਰਮੇਸ਼ਨ ਕੰਟਰਾਡਿਕਟਰੀ ਹੈ, ਜੋ ਪੈਰਾਗ੍ਰਾਫ 'ਚ ਦਿੱਤਾ ਹੋਇਆ ਅਤੇ ਜੋ ਕੁਐਸਚਨ 'ਚ ਪੁੱਛਿਆ ਹੋਇਆ ਦੋਵੇਂ ਇੱਕ ਦੂਜੇ ਦੇ ਬਿਲਕੁਲ ਹੀ ਅਪੋਜ਼ਿਟ ਨੇ, ਉਦੋਂ ਉਹ ਚੀਜ਼ ਫਾਲਸ ਹੋਊਗੀ। ਅਤੇ ਫਾਲਸ ਦੇ ਵਿੱਚ ਤੁਸੀਂ ਧਿਆਨ ਰੱਖਣਾ ਜਿਹੜੀਆਂ ਵਰਬਸ ਹੁੰਦੀਆਂ ਨੇ, ਹੈਲਪਿੰਗ ਵਰਬਸ, ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀਆਂ ਨੇਗੀਆਂ। ਨੈਕਸਟ ਆ ਗਿਆ ਆਪਣੇ ਕੋਲ ਨੋਟ ਗਿਵਨ। ਨੋਟ ਗਿਵਨ ਰਾਜੇ ਤੁਹਾਡੇ ਕੋਲ ਕਦੋਂ ਹੋਊਗਾ? ਜਦੋਂ ਕੋਈ ਕੁਐਸਚਨ ਤੁਹਾਨੂੰ ਦਿੱਤਾ ਹੋਇਆ ਉਹਦੀ ਇਨਫੋਰਮੇਸ਼ਨ ਮਿਸ ਹੈ ਜਾਂ ਸੈਂਟੈਂਸ ਇਨਕੰਪਲੀਟ ਗਿਵਨ ਹੈ, ਮਤਲਬ ਕੁਐਸਚਨ ਦੇ ਵਿੱਚ ਜਿਹੜਾ ਪੁੱਛਿਆ ਉਹ ਅੱਧਾ ਹੈ ਜਾਂ ਤੁਹਾਡੇ ਕੋਲ ਜੋ ਪੈਰਾਗ੍ਰਾਫ 'ਚ ਦਿੱਤਾ ਹੋਇਆ ਉਹ ਚੀਜ਼ ਹਾਫ ਗਿਵਨ ਹੈਗੀ, ਤਾਂ ਉਸ ਟਾਈਮ ਦੇ ਵਿੱਚ ਤੁਹਾਡੇ ਕੋਲ ਕੀ ਹੋਊਗਾ? ਉਹ ਚੀਜ਼ ਨੋਟ ਗਿਵਨ ਹੋਊਗੀ। ਜਿਹੜੀਆਂ ਗੱਲਾਂ ਤੁਹਾਨੂੰ ਧਿਆਨ ਰੱਖਣਾ ਹੈ, ਸਟੈਪਸ ਟੂ ਬੀ ਫੋਲੋਡ ਹੈ ਜਿਹੜਾ ਰਾਜੇ ਤੁਹਾਡੇ ਕੋਲ ਫਸਟ ਸਟੈਪ ਹੈਗਾ ਰੀਡ ਦਾ ਕੁਐਸਚਨ ਕੇਅਰਫੁਲੀ। ਕੁਐਸਚਨ ਨੂੰ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਧਿਆਨ ਨਾਲ ਪੜ੍ਹਨਾ। ਆਇਲਸ ਹੈ ਜਿਹੜੀ ਉਹ ਉਦੋਂ ਹੀ ਕਲੀਅਰ ਹੋ ਸਕਦੀ ਹੈਗੀ ਜਦੋਂ ਤੁਸੀਂ ਕੁਐਸਚਨ 'ਤੇ ਤੁਹਾਡੀ ਕਮਾਂਡ ਵਧੀਆ ਹੋਊਗੀ। ਕੁਐਸਚਨ ਗਲਤ ਇਸ ਕਰਕੇ ਹੁੰਦਾ ਹੈ ਕਿਉਂਕਿ ਕੁਐਸਚਨ ਹੈ ਜਿਹੜਾ ਤੁਹਾਡੇ ਕੋਲ ਉਹਦੇ ਬਾਰੇ ਤੁਹਾਨੂੰ ਸਹੀ ਨਹੀਂ ਪਤਾ ਹੁੰਦਾ, ਵਟ ਟੂ ਰੀਡ। ਤੁਸੀਂ ਰੀਡ ਕਰ ਲੈਂਦੇ ਹੋ ਬਟ ਉਹਨੂੰ ਟਰਾਂਸਲੇਟ ਨਹੀਂ ਕਰ ਪਾਉਂਦੇ, ਗ੍ਰੈਸਪ ਨਹੀਂ ਕਰ ਪਾਉਂਦੇ, ਕੁਐਸਚਨ ਨਹੀਂ ਸਮਝ ਆਉਂਦਾ, ਇਸ ਕਰਕੇ ਆਨਸਰ ਨਹੀਂ ਮਿਲਦਾ ਹੈਗਾ। ਜਦੋਂ ਕੁਐਸਚਨ ਧਿਆਨ ਨਾਲ ਪੜ੍ਹਨਾ ਸਟਾਰਟ ਕਰਤਾ ਆਨਸਰ ਵੀ ਮਿਲਣਾ ਸਟਾਰਟ ਹੋ ਜਾਊਗਾ। ਸੈਕਿੰਡ ਹੈਗਾ ਉਹਨੂੰ ਸਪਲਿਟ ਕਰ ਲਓ, ਕੁਐਸਚਨ ਨੂੰ ਸਪਲਿਟ ਇਟ ਇਨਟੂ 3 ਪਾਰਟਸ। ਮੇਰਾ ਇਹ ਰੂਲ ਹੈ ਕਿ ਮੈਂ ਕਹਿੰਦੀ ਹਾਂ ਕਿ 3 ਪਾਰਟਸ 'ਚ ਕੁਐਸਚਨ ਸਪਲਿਟ ਕਰ ਲਓ। ਇਹ ਇਸ ਕਰਕੇ ਕਿਹਾ ਜਾਂਦਾ ਹੈਗਾ ਕਿਉਂਕਿ ਆਪਣੇ ਕੋਲ ਕੀ ਹੋਊਗਾ, ਅਗਰ ਤੁਸੀਂ ਕੁਐਸਚਨਸ ਨੂੰ 3 ਪਾਰਟਸ 'ਚ ਸਪਲਿਟ ਕਰੋਗੇ ਤਾਂ ਤੁਹਾਨੂੰ ਕੁਐਸਚਨ ਯਾਦ ਰਹੂਗਾ। ਅਗਰ ਤੁਸੀਂ ਕੁਐਸਚਨ ਨੂੰ ਸਪਲਿਟ ਨਹੀਂ ਕਰੋਗੇ ਤਾਂ ਤੁਸੀਂ ਬਾਰ-ਬਾਰ ਕੀ ਕਰੋਗੇ? ਕੁਐਸਚਨ 'ਤੇ ਜਾਓਗੇ, ਪੈਰਾਗ੍ਰਾਫ 'ਤੇ ਜਾਓਗੇ, ਕੁਐਸਚਨ 'ਤੇ ਜਾਓਗੇ, ਲੋਕੇਸ਼ਨ 'ਤੇ ਜਾਓਗੇ। ਇਹ ਕਰਨ ਨਾਲ ਟਾਈਮ ਵੇਸਟ ਹੁੰਦਾ ਹੈਗਾ ਅਤੇ ਤੁਸੀਂ ਕੁਐਸਚਨ ਤੁਹਾਨੂੰ ਭੁੱਲ ਜਾਂਦਾ ਹੈਗਾ। ਸੋ ਇਹਨਾਂ ਚੀਜ਼ਾਂ ਨਾਲ ਟਾਈਮ ਵੇਸਟ ਕਰਨ ਦੀ ਬਜਾਏ ਉਹਨੂੰ ਸਪਲਿਟ ਕਰ ਲਓ। ਸਪਲਿਟ ਕਰਨ ਦੇ ਵਿੱਚ ਮੈਂ ਤੁਹਾਨੂੰ ਇਹ ਇੱਦਾਂ ਕਹੂੰਗੀ ਕਿ ਇਸ ਚੀਜ਼ ਨੂੰ ਸਪਲਿਟ ਕਰ ਲਓ ਤੁਸੀਂ 3 ਪਾਰਟਸ ਦੇ ਵਿੱਚ। ਤੁਹਾਡੀ ਜਿਹੜੀ ਸਬਜੈਕਟ ਹੈ ਜਾਂ ਕੋਈ ਕੀਵਰਡ ਹੈ ਜਿਹੜਾ ਸਬਜੈਕਟ ਔਰ ਕੀਵਰਡ, ਉਹਨੂੰ ਤੁਸੀਂ ਸਪਲਿਟ ਕਰ ਲਓ, ਵਰਬ ਦੇ ਉੱਤੇ ਸਰਕਲ ਕਰ ਲਓ ਅਤੇ ਰੈਸਟ ਆਫ ਦਾ ਕੁਐਸਚਨ ਹੈ ਜਿਹੜਾ ਉਹਨੂੰ ਇੱਕ ਵਾਰੀ ਕੀ ਕਰ ਲਓ, ਸਾਈਡ 'ਤੇ ਕੱਢ ਲਓ। ਸੋ ਹੁਣ ਇਹ ਸਾਰੇ ਸਟੈਪਸ ਫੋਲੋ ਕਰਦੇ ਹੋਏ ਮੈਂ ਤੁਹਾਨੂੰ ਕੁਛ ਐਗਜ਼ਾਮਪਲਸ ਕਰਕੇ ਦਿਖਾਉਣੀ ਆ ਐਂਡ ਆਈ ਹੋਪ ਤੁਹਾਨੂੰ ਅੱਜ ਤੋਂ बाद ये कॉन्सैप्ट है जोड़ा राजे वो क्लियर हो जाऊगा। देखो राजे आपने क्वेश्चन आ गए, क्वेश्चन नंबर 37 to 40। आपने को जो फर्स्ट क्वेश्चन है स्ट्रैस इज एन इमोशन, यह आपने को क्वेश्चन है स्ट्रैस इज एन इमोशन। मैं इनू स्प्लिट कर लिया, वर्ब अलग कर ली तो इमोशन अलग कर लिया अपने को। नाउ हुण आप चलते हैं अपनी लोकेशन की तरफ। लोकेशन से जो आप जाने राजे स्ट्रैस वर्ड है जो अपने को लोकेशन से लैके जाऊगा। इत्थे अपने को अगर आप ध्यान नाल देखिए बस देखो राजे आप चलते हैं हुण अपने क्वेश्चन दे विच। देखो स्ट्रैस इज अपने को स्ट्रैस जो वर्ड है वो अपने को लोकेशन से ले आया, ये रही अपनी लोकेशन। इत्थे आप रीड करते हैं स्ट्रैस इनॉर्मसली considered by many to be merely a feeling is actually a psychological condition resulting from cumulative accrual of certain hormones in the body, hormones that can help us in quick sharp doses but which are toxic if they are not properly metabolized। देखो हुण अपने को उत्थे कहा गया कि स्ट्रैस है जो एक की है इमोशन है, बट इत्थे अपने को की कह रहे हैं कि स्ट्रैस है जो इकला इमोशन नहीं है, वो एक साइकोलॉजिकल कंडीशन है जिहड़ा मतलब बॉडी दे विच हारमोनस दे चेंज होने नाल मतलब हुंदा हैगा ते मैटाबॉलिज्म है जिहड़ा बॉडी दा ओह एक इंपॉर्टेंट रोल है जिहड़ा ओह प्ले करदा हैगा। ये सारियां गल्लां इत्थे कहियां गईयां ने। तां अपने क्वेश्चन च
क्या सी स्ट्रैस एक इमोशन है, बट स्ट्रैस सिर्फ एक इमोशन नहीं हैगा, वो एक साइकोलॉजिकल कंडीशन है। सो ये टोटली कॉन्ट्राडिक्टरी है। जो पूछा गया है ਉਹਦੇ बिल्कुल उल्टे इन्फॉर्मेशन अपन पैराग्राफ च मिली है। सो ये अपने को की हो गया, फॉल्स हो गया राजे। सो अपना आंसर की आ गया, फॉल्स। सो देखो राजे, ये अपना आंसर आ गया फॉल्स। नैक्सट कम्स फाइट्स इन द वर्क प्लेस आर इनक्रीजिंग। कहते ਜਿਹੜੀਆਂ फाइट्स ने वर्क प्लेस ਦੇ ਵਿੱਚ ਉਹ ਇਨਕਰੀਜ਼ ਹੋ ਰਹੀਆਂ ਨੇਗੀਆਂ। वर्ब ਤੁਹਾਡੀ आर है, मतलब सेंटेंस है ਜਿਹੜਾ ਉਹ ਪ੍ਰੈਜ਼ੈਂਟ ਦੇ ਵਿੱਚ ਦਿੱਤਾ ਹੋਇਆ ਹੈਗਾ। सो मूविंग ऑन टू द पैराग्राफ। देखो राधे, उत्थे तक अपना क्वेश्चन खत्म हो गया। आइल्स रीडिंग ਦੇ ਵਿੱਚ क्वेश्चन ऑलमोस्ट हमेशा की ਹੁੰਦਾ ਹੈਗਾ नीचे ही पए ਹੁੰਦੇ ਨੇ। ਇੱਥੇ तक अपना फर्स्ट क्वेश्चन खत्म हो गया ਸੀ। ਉਸ ਤੋਂ नीचे ਚੱਲਦੇ ਹਾਂ। Metabolism of these potentially toxic hormones relies on physical exertion, which originally evolved as a part of the fight or flight process. Hormone release was usually followed by physical exertion, fighting or running, which returned in the body into a state of balance. देखो हुण अपने कोले की कह रहे ने वो कि जिहड़ा मैटाबॉलिज्म हैगा ये पोटेंशियली जिहड़े टॉक्सिक हार्मोन्स हुंदे नेगे वो फिजिकल एग्जर्शन ते अपने कोले लाई करदा हैगा, जिहड़ा एक फाइट ते फ्लाइट प्रोसैस दा पार्ट सीगा ओरिजिनली, ते बाद दे विच भी वो बॉडी च मतलब एक बैलेंस्ड फॉर्म दे विच रिटर्न हो जांदा है। हुण इत्थे फाइट्स दी भी गल होई है ते अपने कोले की हैगा शार्प डोजेस दी गल होई है अपने कोले राजे, बट किते भी वर्क प्लेस की गल नहीं हुई तुहाडे कोले। वर्क प्लेस जिहड़ा वर्ड है वो मिस हो रहा है, इन्फॉर्मेशन इनकम्पलीट है। सो दिस क्वेश्चन इज योर नॉट गिवन। सो दिस इज नॉट गिवन। मूविंग टू द नेक्स्ट। In order to metabolize hormones, exercise must be linked with the original cause of stress. Next question कह रहे ने कि हारमोनस ਨੂੰ अगर ਮੈਟਾਬੋਲਾਈਜ਼ करना है तो एक्सरसाइज है ਜਿਹੜੀ ਉਹਨੂੰ स्ट्रैस ਦੇ ओरिजिनल कॉज ਨਾਲ लिंक करना चाहिए। मतलब ਤੁਹਾਨੂੰ ਉਹੀ एक्सरसाइजिस ਕਰਨੀਆਂ ਚਾਹੀਦੀਆਂ ਨੇਗੀਆਂ ਜਿਹੜੀਆਂ ਤੁਹਾਡੇ स्ट्रैस ਨੂੰ दूर कर ਸਕਦੀਆਂ ਨੇ। ਇਹ क्वेश्चन ਦੇ ਕਹਿਣ ਦਾ मतलब है। सो ਇਹਨੂੰ ਸਪਲਿਟ ਕਰਦੇ ਆ इन ऑर्डर टू ਮੈਟਾਬੋਲਾਈਜ਼ ਹਾਰਮੋਨਸ। ਤਾਂ ਇਹਦੇ ਵਿੱਚ ਮੈਟਾਬੋਲਾਈਜ਼ ਜਿਹੜਾ ਹਾਰਮੋਨਸ ਹੈ ਇਹ ਕੀਵਰਡ नहीं हो सकता, क्योंकि पहला भी मैटाबॉलिज्म ਤੇ ਹਾਰਮੋਨਸ ਦੀ काफ़ी बार की है गल हो चुकी है। नैक्सट आ गया एक्सरसाइज मस्ट बी लिंक्ड विद ओरिजिनल। तो ਆਪਾਂ ਨੂੰ अपनी लोकेशन ਤੇ कौन लेके जाऊगा, एक्सरसाइज वर्ड लेके जाऊगा। सो आप चलते हैं पैराग्राफ ਤੇ। सो अपने को एक्सरसाइज कीवर्ड सीगा, आप देख सकते हैं फिजिकल एग्जर्शन और रीजन। इतने अपने को कितने एक्सरसाइज की गल नहीं हुई हैगी। वॉट कैन बी डन इतने फिजिकल एक्सरसाइज। सो आप इतने रीड करते हैं उपर। स्ट्रैस रिसर्चर नील एफ नियामक perhaps not surprisingly recommends the physical exercise as one useful strategy. Fortunately, the brain is not clever enough to realize that this exercise is completely unrelated to the original stress stimulus, and in this way we can effectively fool our bodies into metabolizing stress hormones by punching a boxing bag instead of the person who annoyed us in the first place. देखो हुण इत्थे कह रहे हैं कि नील जिहड़ा अपने को एक कोई साइंटिस्ट है वो गल की हैगी, उन्हें रिकमेंड करता कि फिजिकल एक्सरसाइजिज स्ट्रैस दूर करने च एक यूजफुल रोल है जिहड़ा वो प्ले कर सकदियां नेगियां। बट कहते जिहड़ा अपना दिमाग हुंदा वो इन्ना मतलब क्लैवर नहीं हुंदा हैगा, वो ये रियलाइज़ कर सके कि जिहड़ी एक्सरसाइज है वो ओरिजिनल कॉज नाल मीनस एसोसीएट हैगी है या नहीं हैगी। जिवें उन्होंने एग्जाम्पल दी हैगी, कहते and in this way we can effectively fool our bodies into metabolizing stress hormones by punching a boxing bag instead of a person who annoyed us in the first place। कि ਤੁਹਾਨੂੰ स्ट्रैस किसी बंदे करके हो रहा ਉਹਦੀ जगह तुसी boxing punch का यूज़ कर सकते होंगे। मतलब ਇੱਥੇ ਕੀ ਹੈਗਾ बिल्कुल ही अपोजिट गल हो रही है। वो तो कह रहे ਨੇ क्वेश्चन ਦੇ ਵਿੱਚ कि ਜਿਹੜੇ बॉडी ਨੂੰ मतलब हारमोन्स ने उन्होंने मैटाबोलाइज करने वास्ते एक्सरसाइज ਨੂੰ ओरिजिनल कॉज नाल तुसी एसोसीएट करो। ਇੱਥੇ अपने ਕੋਲੇ ਕੀ कह रहे ਨੇ कि अपना ब्रेन ਜਿਹੜਾ ਉਹ ਇੰਨਾ क्लैवर ही नहीं हैगा कि वो किसी भी एक्सरसाइज ਨੂੰ स्ट्रैस ਦੇ ओरिजिनल कॉज नाल एसोसीएट कर सके। क्वेश्चन च दोबारा दस दिया मैं, क्वेश्चन ਦੇ ਵਿੱਚ ਕੀ ਹੈ कि in order to metabolize hormones exercise must be linked with the original cause of stress। बट इत्थे अपने कोले की किया गया राजे कि तुहाडा ब्रेन इन्ना क्लैवर नहीं हैगा कि वो किसी भी एक्सरसाइज नू कंप्लीटली ओरिजिनल जिहड़ा उहदा कॉज है, ओरिजिनल जिथों स्टिमुलस मतलब स्टिमुलस हुंदा जिथों कोई चीज़ पैदा हो रही है उहदे नाल एसोसीएट कर सके। सो ये तुहाडा कंप्लीटली राजे आंसर की हो गया, फॉल्स हो गया।
ਮੂਵਿੰਗ ਟੂ ਦਾ ਲਾਸਟ ਕੁਐਸਚਨ, ਉਹ 'ਚ ਕਹਿ ਰਹੇ ਨੇ ਸੇਇੰਗ ਪੋਜ਼ਿਟਿਵ ਵਰਡਸ ਕੈਨ ਰਿਡਿਊਸ ਸਟ੍ਰੈਸ। ਕੀ ਪੋਜ਼ਿਟਿਵ ਵਰਡਸ ਕੈਨ ਨਾਲ ਤੁਸੀਂ ਸਟ੍ਰੈਸ ਨੂੰ ਰਿਡਿਊਸ ਕਰ ਸਕਦੇ ਹੋਗੇ। ਸੋ ਪੋਜ਼ਿਟਿਵ ਵਰਡਸ ਮੇਰਾ ਕੀਵਰਡ ਹੈ ਜਿਹੜਾ ਮੈਨੂੰ ਲੋਕੇਸ਼ਨ 'ਤੇ ਲੈ ਕੇ ਜਾਊਗਾ। ਸੋ ਮੂਵਿੰਗ ਟੂ ਦ ਲੋਕੇਸ਼ਨ, ਦੇਖੋ ਰਾਜੇ ਨੈਕਸਟ ਆ ਗਿਆ ਆਪਣੇ ਕੋਲੇ ਅਨਦਰ ਆਪਸ਼ਨ ਇਜ਼ ਦਾ ਰਿਲੈਕਸੇਸ਼ਨ ਰਿਸਪੌਂਸ ਡਿਸਕਵਰਡ ਬਾय ਹਾਰਵਰਡ cardiologist Herbert Benson. Benson found that certain behaviors such as a deep breathing, meditation and the repetition of simple affirmative phrases acted as an antidote to mind chatter and the fight or flight responses, calming the nervous system and inducing a relaxed state of mind and body instead. ਕਹਿੰਦੇ ਦੇਖੋ ਜਿਹੜਾ ਸਾਇੰਟਿਸਟ ਹੈਗਾ ਕੋਈ ਕਾਰਡੀਓਲੋਜਿਸਟ ਹੈ ਉਹਨੇ ਇਹ ਕਿਹਾ ਹੈਗਾ ਕਿ ਮਤਲਬ ਕੁਛ ਕੁ ਬਿਹੇਵੀਅਰਸ ਜਿਵੇਂ ਤੁਸੀਂ ਮਤਲਬ ਲੰਬੇ ਸਾਹ ਲੈਣਾ, ਡੀਪ ਬਰੀਥਿੰਗ ਹੋ ਗਈ, ਮੈਡੀਟੇਸ਼ਨ ਹੋ ਗਿਆ ਜਾਂ ਰੈਪੀਟੇਸ਼ਨ ਆਫ ਸਿੰਪਲ ਅਫਰਮੇਟਿਵ ਫਰੇਜ਼ਿਸ ਹੁੰਦੇ ਨੇ ਜਿਹੜੇ ਮਤਲਬ ਆਪਣੇ ਕੋਲੇ ਅਫਰਮੇਟਿਵ ਹੁੰਦਾ ਪੋਜ਼ਿਟਿਵ ਕਿਸੇ ਚੀਜ਼ ਦਾ, ਫਰੇਜ਼ ਹੁੰਦੇ ਮਤਲਬ ਉਹੀ ਵਰਡਸ ਸਿਨੋਨਿਮ ਯੂਜ਼ ਕੀਤਾ ਗਿਆ ਹੈਗਾ। ਕਹਿੰਦੇ ਇਹ ਚੀਜ਼ ਕੀ ਕਰ ਸਕਦੀ ਹੈ ਐਂਟੀਡੋਟ ਟੂ ਮਾਈਂਡ ਚੈਟਰ, ਮਤਲਬ ਇਹਦੇ ਨਾਲ ਕੀ ਹੋ ਸਕਦਾ ਹੈਗਾ ਤੁਹਾਡਾ ਸਟ੍ਰੈਸ ਰਿਲੀਜ਼ ਹੋ ਸਕਦਾ। ਐਂਟੀਡੋਟ ਹੁੰਦਾ ਹੈਗਾ ਕਿਸੇ ਚੀਜ਼ ਨੂੰ ਠੀਕ ਕਰ, ਜਿਵੇਂ ਕਿਸੇ ਨੂੰ ਫੀਵਰ ਹੋ ਜਾਂਦਾ ਤਾਂ ਆਪਾਂ ਮੈਡੀਸਨ ਲੈਂਦੇ ਉਹ ਮਤਲਬ ਕਿ ਐਂਟੀਬਾਇਓਟਿਕਸ ਹੁੰਦੇ ਨੇ ਨਾ, ਮਤਲਬ ਕਿਸੇ ਚੀਜ਼ ਦਾ ਤੋੜ ਹੁੰਦੇ ਆ ਉਹ। ਐਵੇਂ ਹੀ ਇੱਥੇ ਕੁਐਸਚਨ 'ਚ ਕਿਹਾ ਸੀ ਕਿ ਪੋਜ਼ੀਟਿਵ ਵਰਡਸ ਸਟ੍ਰੈਸ ਰਿਡਿਊਸ ਕਰ ਸਕਦੇ ਨੇ, ਤਾਂ ਇੱਥੇ ਵੀ ਉਹਨਾਂ ਨੇ ਇਹੀ ਕਿਹਾ ਕਿ ਅਫਰਮੇਟਿਵ ਫਰੇਜ਼ਸ ਨੇ ਜਿਹੜੇ ਉਹ ਐਜ਼ ਏ ਐਂਟੀਡੋਟ ਐਕਟ ਕਰਦੇ ਨੇ। ਸੋ ਇਹ ਕੰਪਲੀਟ ਇਨਫੋਰਮੇਸ਼ਨ ਗਿਵਨ ਹੈ। ਸੋ ਆਪਣੇ ਲਾਸਟ ਕੁਐਸਚਨ ਦਾ ਜਿਹੜਾ ਆਨਸਰ ਹੈ ਰਾਜੇ ਦੈਟ ਇਜ਼ ਆਪਣਾ ਟਰੂ। ਸੋ ਇਹ ਸੀਗੇ ਟਰੂ ਫਾਲਸ ਐਂਡ ਆਈ ਹੋਪ ਅੱਜ ਤੋਂ ਬਾਅਦ ਤੁਹਾਡੇ ਇਹ ਕਦੇ ਵੀ ਗਲਤ ਨਹੀਂ ਹੋਣਗੇ। ਇਫ ਯੂ ਲਾਈਕ ਮਾਈ ਵੀਡੀਓਜ਼ ਪਲੀਜ਼ ਸਬਸਕ੍ਰਾਈਬ ਟੂ ਮਾਈ ਚੈਨਲ ਐਂਡ ਹਿਟ ਦ ਲਾਈਕ ਬਟਨ। Stay safe, stay healthy and practice IELTS more and more with me at Quick IELTS. Thank you a lot.